ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗੀਆਂ ਬੁਰੀਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰ। ਗੁਰਬਾਣੀ ਕਹੈ ਸੇਵਕ ਜਨ ਮਨ, ਪਰਤਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿ ਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੂ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਾਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਸਲੋਕ। ਦ੍ਰਿਸ਼ਟੰਤ ਏਕੋ ਸੁਨਿਯੰਤ ਏਕੋ, ਵਰਤੰਤ ਏਕੋ ਨਰ ਹਰੈ। ਨਾਮ ਦਾਨ ਜਾਚੰਤ ਨਾਨਕ, ਦਇਆਲ ਪੁਰਖ ਕਿਰਪਾ ਕਰਹਿ। ਹਿਕ ਸੇਵੀ ਹਿਕ ਸਮਲਾ, ਹਰ ਇਕ ਸਪਹਿ ਅਰਦਾਸ। ਨਾਮ ਵਖਰ ਧਨ ਸੰਚਿਆ, ਨਾਨਕ ਸੱਚੀ ਰਾਸ। ਪੌੜੀ। ਪ੍ਰਭ ਦਇਆਲ ਬੇਅੰਤ, ਪੂਰਨ ਇਕ ਏਹੁ। ਸਭ ਕਿਛ ਆਪੇ ਆਪ, ਦੂਜਾ ਕਹਾ ਕੇਹੁ।
ਆਪ ਕਰਹੁ ਪ੍ਰਭ ਦਾਨ, ਆਪੇ ਆਪ ਲਿਹੋ। ਆਵਣ ਜਾਣਾ ਹੁਕਮ, ਸਭ ਨਿਹਚਲ ਤੁਧ ਥੇਹੁ। ਨਾਨਕ ਮੰਗੈ ਦਾਨ, ਕਰ ਕਿਰਪਾ ਨਾਮ ਦੇਹੁ। ਨਾਨਕ ਮੰਗੈ ਦਾਨ, ਕਰ ਕਿਰਪਾ ਨਾਮ ਦੇਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਗਰੀਬ ਨਿਵਾਜ, ਵਾਲੀ ਦੋ ਜਹਾਨ, ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਜੈਤਸਰੀ ਦੀ ਵਾਰ ਦਾ 20ਵਾਂ ਸ਼ਬਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 710 ਤੇ ਸ਼ਿਸ਼ੋਭਤ ਹੈ। ਸਾਹਿਬ ਜੀ ਕੀ ਕਿਰਪਾ ਕਰਦੇ ਨੇ, ਆਓ ਸਮਝੀਏ। ਸ਼ਲੋਕ। ਦ੍ਰਿਸ਼ਟੰਤ ਏਕੋ, ਸੁਨੀਅੰਤ ਏਕੋ, ਵਰਤੰਤ ਏਕੋ, ਨਰ ਹਰੈ। ਬੜੀ ਵੱਡੀ ਅਵਸਥਾ ਹੈ ਜੀ। ਇੱਕੋ ਹੀ ਦਿਸਦਾ, ਦ੍ਰਿਸ਼ਟਾਂਤ ਏਕੋ, ਮਤਲਬ ਜਦੋਂ ਮਹਾਰਾਜ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋ ਇੱਕ ਜੋਤ ਦਿਸਦੀ। ਜੇ ਸਰੀਰਾਂ ਨੂੰ ਦੇਖੋਗੇ, ਸਰੀਰ ਤਾਂ ਅੱਡ ਅੱਡ ਦਿਸਣਗੇ। ਮਨੁੱਖ ਦੇ ਸਰੀਰ ਵੀ ਅੱਡ ਅੱਡ ਨੇ, ਜਾਤਾਂ ਤਾਂ ਦੋ ਨੇ, ਇੱਕ ਔਰਤ ਹੈ ਇੱਕ ਮਰਦ ਹੈ, ਦੋ ਜਾਤਾਂ ਬਣਾਈਆਂ ਅਕਾਲ ਪੁਰਖ ਨੇ। ਅਤੇ ਜਦੋਂ ਹੁਣ ਸਰੀਰਾਂ ਦੇ ਆਕਾਰ ਵੇਖੋਗੇ, ਰੰਗ ਰੂਪ ਆਕਾਰ ਗੁਣ ਸਭ ਭਿੰਨ 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 ਨੇ। ਇਕੱਲਾ ਮਾਨਸ ਜੋਨ ਵਿੱਚ ਹੀ, ਅਤੇ ਬਾਕੀ ਜਿਹੜੀਆਂ ਜੋਨਾਂ ਬਣਾਈਆਂ ਹੋਈਆਂ ਨੇ, ਪਸ਼ੂ ਕਿੰਨੇ ਕਿਸਮ ਦੇ ਬਣਾਏ ਹੋਏ ਨੇ, ਪਕਸ਼ੀ ਕਿੰਨੇ ਕਿਸਮ ਦੇ ਬਣਾਏ ਹੋਏ ਨੇ, ਕੀੜੇ ਮਕੌੜੇ। ਹੁਣ ਜਦੋਂ ਭਿੰਨ ਭਿੰਨ ਕਰਕੇ ਵੇਖੋਗੇ, ਉਹਦੀ ਪਹਿਚਾਣ ਹੀ ਨਹੀਂ ਆਉਣੀ। ਏਕ ਰੂਪ ਕਿਨਹੂ ਹੈ ਜਾਨਾ, ਕਹਿੰਦੇ ਇੱਕ ਰੂਪ ਤਾਂ ਕਿਸੇ ਕਿਸੇ ਨੇ ਪਹਿਚਾਣਿਆ। ਭਿੰਨ ਭਿੰਨ ਕਰ ਸਭ ਹੂੰ ਭਿੰਨ ਭਿੰਨ ਸਭ ਹੂੰ ਕਰ ਜਾਨਾ। ਮਹਾਰਾਜ ਕਹਿੰਦੇ ਨੇ ਭਿੰਨ ਭਿੰਨ ਕਰਕੇ ਸਾਰੇ ਜਾਣਦੇ ਨੇ, ਸਾਰੇ ਜਾਣਦੇ ਸੀ ਭਿੰਨ ਭਿੰਨ ਉਹਦੇ ਭਿੰਨ ਭਿੰਨ ਸਰੂਪਾਂ 'ਚ ਅਸੀਂ ਫਸੇ ਪਏ ਨੇ। ਪਰ ਐਸੀ ਵੀ ਇੱਕ ਅਵਸਥਾ ਆਉਂਦੀ ਹੈ ਜਦੋਂ ਦ੍ਰਿਸ਼ਟੰਤ ਏਕੋ, ਜਦੋਂ ਦ੍ਰਿਸ਼ਟੰਤ ਇੱਕ ਨੂੰ ਵੇਖਦਾ, ਭਾਵ ਉਦੋਂ ਸਰੀਰ ਨਹੀਂ ਵੇਖਦਾ, ਉਦੋਂ ਇਹ ਬ੍ਰਹਮ ਵੇਖਦਾ, ਅੰਦਰਲੀ ਜੋਤ ਤੱਕਦਾ ਹੈ। ਦੂਸਰੇ ਦੇ ਅੰਦਰ ਬ੍ਰਹਮ ਦੀ ਜੋਤ ਉਹ ਹੀ ਦੇਖ ਸਕਦਾ ਜਿਸ ਨੇ ਆਪਣੇ ਅੰਦਰਲੀ ਜੋਤ ਦੇ ਦਰਸ਼ਨ ਕਰ ਲਏ ਹੋਣ। ਜਿਸ ਨੇ ਅਜੇ ਆਪਣੇ ਅੰਦਰਲੀ ਜੋਤ ਦੇ ਦਰਸ਼ਨ ਨਹੀਂ ਕੀਤੇ, ਦੂਸਰੇ ਦੀ ਜੋਤ ਨਹੀਂ ਦੇਖ ਸਕਦਾ, ਉਹ ਭਿੰਨ ਭਿੰਨ ਕਰਕੇ ਹੀ ਵੇਖੇਗਾ। ਦ੍ਰਿਸ਼ਟੰਤ ਏਕੋ, ਸੁਨਿਅੰਤ ਏਕੋ, ਇਹ ਵੀ ਬੜੀ ਵੱਡੀ ਅਵਸਥਾ ਹੈ। ਜਿਹਨੂੰ ਇੱਕ ਦਿਸਦਾ, ਉਹਨੂੰ ਸੁਣਦਾ ਵੀ ਇੱਕ ਹੈ। ਜਿਹਨੂੰ ਇੱਕ ਸੁਣਦਾ, ਉਹਨੂੰ ਦਿਸਦਾ ਵੀ ਇੱਕ ਹੈ। ਮ੍ਰਿਗ, ਮੀਨ, ਪੰਖੇਰੂ ਆ ਪਕਸ਼ੀ ਬੋਲਦੇ ਨੇ, ਜਾਨਵਰ ਬੋਲਦੇ ਨੇ। ਹਰ ਬਿਨ ਜਾਪਤ ਹੈ ਨਹੀਂ ਹੋਰ, ਜੋ ਬੋਲਤ। ਹੁਣ ਆ ਗਿਆ ਜੋ ਬੋਲਤ, ਜੋ ਜੋ ਵੀ ਬੋਲ ਰਿਹਾ ਹੈ,
ਚਾਹੇ ਉਹ ਜਾਨਵਰ ਹੈ, ਚਾਹੇ ਉਹ ਪੰਛੀ ਹੈ। ਸੋ ਹਰੇਕ ਨੂੰ ਉਸਨੇ ਬੋਲਣ ਦੀ ਤਾਕਤ ਤਾਂ ਦਿੱਤੀ ਹੋਈ ਹੈ। ਹੁਣ ਦਰਖਤ ਹੈ, ਇਹਨਾਂ ਦੇ ਕੋਲ ਜਿਹੜੀ ਰਸਨਾ ਕਿਹੜੀ, ਅੱਖਾਂ ਕਿਹੜੇ, ਕੰਨ ਕਿਹੜੇ ਨੇ, ਪਰ ਇਹ ਦੇਖਦੇ ਵੀ ਹਨ, ਸੁਣਦੇ ਵੀ ਹਨ, ਇਹ ਬੋਲਦੇ ਵੀ ਹਨ। ਹਵਾ ਦੇ ਕੋਲ ਕਿਹੜੀਆਂ ਅੱਖਾਂ ਨੇ ਜੀ, ਕਿਹੜੀ ਜੇਭਾ ਹੈ, ਕਿਹੜੇ ਕੰਨ ਨੇ, ਪਰ ਹਵਾ ਬੋਲਦੀ ਵੀ ਹੈ, ਦੇਖਦੀ ਵੀ ਹੈ, ਸੁਣਦੀ ਵੀ ਹੈ। ਸੱਚੇ ਪਾਤਸ਼ਾਹ ਕਹਿੰਦੇ ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਕਹਿੰਦੇ ਇਹ ਵੀ ਬੋਲਦੇ ਨੇ, ਇਹ ਵੀ ਬੋਲਦੇ। ਇਹਦਾ ਮਤਲਬ ਜਿਸ ਦੇ ਅੰਦਰ ਬ੍ਰਹਮ ਪ੍ਰਗਟ ਹੈ, ਉਸ ਨੂੰ ਸਾਰਿਆਂ ਦੇ ਵਿੱਚੋਂ ਰੱਬ ਸੁਣਦਾ ਹੈ, ਸਭ ਦੇ ਵਿੱਚੋਂ ਰੱਬ ਸੁਣਦਾ। ਹੁਣ ਇੱਕ ਤਾਂ ਹੁੰਦੀ ਜਿਹੜੀ ਜਾਨਦਾਰ ਕੋਈ ਚੀਜ਼ ਹੈ, ਜਾਨਦਾਰ ਹੈ ਨਾ, ਸਭਾ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਭਨਾਂ ਦੇ ਅੰਦਰੋਂ ਬੋਲਦਾ ਤਾਂ ਰਾਮ ਹੀ ਹੈ, ਉਹ ਤੋਂ ਬਿਨਾਂ ਦੱਸੋ ਕੌਣ ਬੋਲਦਾ। ਪਰ ਉਦੋਂ ਵੀ ਵੱਡੀ ਅਵਸਥਾ ਬਣ ਜਾਂਦੀ ਹੈ ਜਦੋਂ ਬੇਜਾਨ ਅਵਸਥਾ ਦੇ ਵਿੱਚੋਂ ਵੀ ਰੱਬ ਬੋਲਦਾ ਸੁਣਦਾ। ਜਾਨ ਨਹੀਂ ਹੈ ਉਹਨਾਂ 'ਚ, ਪਰ ਇੱਕ ਖੜਾਕ ਹੋ ਰਿਹਾ, ਇੱਕ ਆਵਾਜ਼ ਹੋ ਰਹੀ ਹੈ, ਉਸ ਆਵਾਜ਼ ਦੇ ਵਿੱਚੋਂ ਰੱਬ ਸੁਣਦਾ ਪਿਆ। ਕਿੱਡੀ ਵੱਡੀ ਅਵਸਥਾ ਹੋਵੇਗੀ। ਕਹਿੰਦੇ ਹਰ ਹਟ ਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ। ਉਹ ਜਿਹੜੀਆਂ ਟਿੰਡਾਂ ਦੀ ਆਵਾਜ਼ ਆਉਂਦੀ ਨਾ ਜਦੋਂ ਹਲਟ ਚੱਲਦੇ ਨੇ, ਅਤੇ ਰੱਬ ਦੇ ਪਿਆਰੇ ਜਿਹੜੇ ਅਭਿਆਸੀ ਹੁੰਦੇ ਨੇ, ਸੋ ਉਹਦੇ ਵਿੱਚੋਂ ਵੀ ਉਹਨਾਂ ਨੂੰ ਉਹ ਰੱਬ ਦੀ ਹੀ ਆਵਾਜ਼, ਉਹਦੇ ਸਿਮਰਨ ਦੀ ਹੀ ਆਵਾਜ਼ ਸੁਣਦੀ ਹੈ। ਹਰ ਇੱਕ ਆਵਾਜ਼ ਦੇ ਵਿੱਚੋਂ ਉਸਨੂੰ ਉਸ ਦਾ ਸਿਮਰਨ ਸੁਣਾਈ ਦਿੰਦਾ ਹੈ। ਸੁਨੀਅੰਤ ਏਕੋ। ਹੁਣ ਇੱਥੇ ਬਾਣੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖ ਦਿੱਤੀ। 6 ਗੁਰੂ ਸਾਹਿਬਾਨ, 15 ਭਗਤ ਨੇ, 11 ਭੱਟ ਨੇ, 3 ਗੁਰੂ ਕੇ ਸਿੱਖ ਨੇ। ਸਾਹਿਬ ਜੀ ਨੇ ਸਾਰੀ ਇੱਕ ਜਗ੍ਹਾ ਬਾਣੀ ਇਕੱਠੀ ਕਰ ਦਿੱਤੀ ਹੈ। ਕੌਣ ਬੋਲਦਾ ਹੈ? ਗੁਰੂ ਬੋਲਦਾ ਹੈ, ਗੁਰੂ ਬੋਲਦਾ। ਚਾਹੇ ਉਹ ਸਿੱਖ ਦੀ ਬਾਣੀ ਹੈ, ਚਾਹੇ ਭਗਤ ਦੀ ਬਾਣੀ ਹੈ, ਚਾਹੇ ਭੱਟ ਦੀ ਬਾਣੀ ਹੈ। ਕੌਣ ਬੋਲਦਾ? ਗੁਰੂ ਬੋਲਦਾ। ਅਤੇ ਉਸ ਹੁਕਮਨਾਮੇ ਨੂੰ ਸਿੱਖ ਨੇ ਸਿਰ ਮੱਥੇ 'ਤੇ ਸਵੀਕਾਰ ਕਰਨਾ। ਸੋ ਸਾਰਿਆਂ ਦੀ ਬੋਲੀ ਇੱਕ ਹੋ ਗਈ, ਸਭਨਾਂ ਦੇ ਵਿੱਚੋਂ ਇੱਕ ਨੂੰ ਸੁਣਦਾ। ਸਾਰੀ ਹੀ ਬਾਣੀ ਜਿਹੜੀ ਇੱਕ ਦਾ ਹੀ ਜ਼ਿਕਰ ਕਰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜਾ ਮਰਜ਼ੀ ਸ਼ਬਦ ਲੈ ਲਓ, ਇਹ ਤਾਂ ਅਸੀਂ ਵੰਡੀਆਂ ਪਾਤੀਆਂ, ਵਿਰਾਗਮਈ ਸ਼ਬਦ ਨੇ, ਇਹ ਜਨਮ ਦੇ ਸਮੇਂ ਦੇ ਪੜ੍ਹਨੇ ਵਾਲੇ ਸ਼ਬਦ ਨੇ, ਇਹ ਮੌਤ ਮ੍ਰਿਤਕ ਦੇ ਸਮੇਂ ਪੜ੍ਹਨੇ ਵਾਲੇ ਸ਼ਬਦ ਨੇ, ਵਿਆਹ ਸਮੇਂ ਦੇ ਸ਼ਬਦ ਨੇ। ਸੋ ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਦਾ ਹੈਡਿੰਗ ਹੀ ਕੋਈ ਨਹੀਂ ਹੈ, ਜੇ ਹੈਗਾ ਤਾਂ ਦੱਸੋ। ਸਿਰਫ ਸ਼ਬਦਾਂ ਦੇ ਸਿਰਲੇਖ ਨੇ। ਜਿਹੜਾ ਤਤਕਰਾ ਹੈ ਨਾ, ਉਹ ਤਾਂ ਸਿਰਫ ਉਹ 'ਚ ਇਹੀ ਜ਼ਿਕਰ ਕੀਤਾ ਗਿਆ ਵੀ ਆਹ ਸ਼ਬਦ ਇਹ ਸੰਗ 'ਤੇ ਹੈ, ਆਹ ਸ਼ਬਦ ਇਹ ਸੰਗ 'ਤੇ ਹੈ। ਰਾਗਾਂ ਦਾ ਜ਼ਿਕਰ ਉਹਦੇ ਵਿੱਚ ਸ਼ਬਦਾਂ ਦਾ ਜ਼ਿਕਰ ਹੈ, ਇਹ ਸਿਰਲੇਖ ਕਿਤੇ ਨਹੀਂ ਆਉਂਦਾ। ਕਿਉਂ? ਕਿਉਂਕਿ ਹਰ ਇੱਕ ਸ਼ਬਦ ਦੇ ਵਿੱਚੋਂ ਪੂਰੇ ਗੁਰੂ ਦਾ ਇੱਕੋ ਹੀ ਉਪਦੇਸ਼ ਹੈ, ਨਿਰੰਕਾਰ ਦਾ, ਨਿਰੰਕਾਰ ਦਾ, ਨਿਰੰਕਾਰ ਦੀ ਸੋਝੀ ਦਿੱਤੀ ਗਈ ਹੈ ਹਰੇਕ ਸ਼ਬਦ ਦੇ ਵਿੱਚ। ਸੁਨੀਅੰਤ ਏਕੋ, ਸੁਨੀਅੰਤ ਏਕੋ। ਰੱਬ ਦੇ ਪਿਆਰਿਆਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਉਹ ਜਦੋਂ ਗੁਰੂ ਦੀ ਆਵਾਜ਼ ਨੂੰ ਸੁਣਦੇ ਨੇ ਨਾ, ਬਾਣੀ ਦੀ ਨੂੰ, ਕਹਿੰਦੇ ਗੁਰੂ ਸਾਹਿਬ ਜੀ ਬੋਲ ਰਹੇ ਨੇ। ਹਾਂਜੀ, ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਾਬੇ ਬੁੱਢੇ ਨੂੰ ਕੀ ਕਿਹਾ ਸੀ? ਕਹਿੰਦੇ ਬਾਬਾ ਬੁੱਢੇ ਨੂੰ ਕਿਹਾ ਨਾ, ਖੋਲੋ ਗ੍ਰੰਥ ਲਿਹੋ ਆਵਾਜ਼ਾਂ ਸੁਨੇ ਸਭ ਪੰਥ। ਕਹਿੰਦੇ ਖੋਲੋ ਗ੍ਰੰਥ ਲਿਹੋ ਆਵਾਜ਼ਾਂ ਸੁਨੇ ਸਭ ਪੰਥ। ਕਿਹਦੀ ਆਵਾਜ਼ ਆਉਣੀ ਹੈ? ਗੁਰੂ ਦੀ ਆਵਾਜ਼ ਆਉਣੀ। ਗੁਰੂ ਆਪ ਬੈਠਾ ਸਰੀਰਕ ਰੂਪ ਦੇ ਵਿੱਚ। ਕਹਿੰਦੇ ਆਵਾਜ਼ ਲਵੋ, ਗੁਰੂ ਕੀ ਕਹਿ ਰਿਹਾ, ਕੀ ਕਹਿ ਰਿਹਾ? ਸੁਨੀਅੰਤ ਏਕੋ। ਇਹ ਅਵਸਥਾ ਬਣ ਜਾਂਦੀ ਹੈ ਰੱਬ ਦੇ ਪਿਆਰਿਆਂ ਦੀ। ਫਿਰ ਕਹਿੰਦੇ ਨੇ ਵਰਤੰਤ ਏਕੋ ਨਰ ਹਰੈ। ਉਹ ਇੱਕ ਹੈ ਕੌਣ ਜਿਹੜਾ ਵਰਤ ਰਿਹਾ ਹੈ ਸਾਰੇ ਪਾਸੇ? ਸਭਨਾਂ ਵਿੱਚ ਵਰਤਦਾ ਪਿਆ, ਸਭਨਾਂ ਦੇ ਵਿੱਚ ਵਰਤਦਾ, ਔਰ ਸਾਰਿਆਂ ਦੇ ਵਿੱਚ ਵਰਤ ਕੇ ਵੀ ਉਹ ਨਿਰਲੇਪ ਰਹਿ ਰਿਹਾ ਹੈ। ਆਪ ਹੀ ਉਹ ਪਦਾਰਥਾਂ ਨੂੰ ਭੋਗ ਰਿਹਾ ਹੈ। ਪਦਾਰਥ ਰੂਪ ਵੀ ਆਪ ਹੈ, ਆਪੇ ਰਸੀਆ, ਆਪ ਰਸ, ਆਪੇ
ਰਾਵਣਹਾਰ। ਫਲ ਵੀ ਆਪ ਹੈ, ਫਲ ਦੇ ਵਿੱਚ ਰਸ ਰੂਪ ਵੀ ਆਪ ਹੈ, ਤੇ ਰਸ ਨੂੰ ਚੂਸਣੇ ਵਾਲਾ ਵੀ ਆਪ, ਤੇ ਉਸ ਰਸ ਦੇ ਆਨੰਦ ਨੂੰ ਮਾਣਨੇ ਵਾਲਾ ਵੀ ਆਪ ਹੈ। ਰਸ ਦੇ ਆਨੰਦ ਨੂੰ ਉਹ ਮਾਣਨੇ ਵਾਲਾ ਵੀ ਆਪ ਹੈ। ਉਹ ਕੌਣ ਹੈ? ਕਹਿੰਦੇ ਨਰ ਹਰੈ, ਨਰ ਹਰੈ। ਨਰ ਹਰੈ ਭਾਵ ਸਾਰਿਆਂ ਨੂੰ ਹਰੇ ਭਰੇ ਕਰਨੇ ਵਾਲਾ। ਜੇ ਹੁਣ ਸਾਡੇ 'ਚ ਸਾਹ ਚੱਲਦਾ ਹੈ ਤਾਂ ਅਸੀਂ ਹਰੇ ਭਰੇ ਹਾਂ। ਜੇ ਸਾਹ ਹੀ ਨਾ ਚੱਲੇ ਤਾਂ ਸੁੱਕ ਗਏ, ਆਕੜ ਜਾਂਦਾ ਬੰਦਾ। ਜੇ ਸਾਹ ਨਹੀਂ ਚੱਲਦਾ, ਖੂਨ ਦਾ ਦੌਰਾ ਨਹੀਂ ਚੱਲਣਾ। ਕਿ ਜਿੱਥੇ ਖੂਨ ਦਾ ਦੌਰਾ ਨਹੀਂ ਚੱਲਿਆ, ਮਾਸ ਦੇ ਵਿੱਚ ਮਾਸ ਨਾਲ ਹੀ ਆਕੜ ਜਾਂਦਾ। ਜਿਹੜੀਆਂ ਬਰੀਕ ਬਰੀਕ ਮਾਸਪੇਸ਼ੀਆਂ ਨਾ ਸਾਡੀਆਂ, ਬਰੀਕ ਨਾੜੀਆਂ ਨੇ ਜਿਹੜੀਆਂ, ਉਹਨਾਂ 'ਚ ਖੂਨ ਦਾ ਦੌਰਾ ਚੱਲਦਾ, ਉਹਦੇ ਕਰਕੇ ਮਾਸ ਨਰਮ ਹੈ। ਜਦੋਂ ਹੀ ਸਾਹ ਲੈਣਾ ਬੰਦ ਕਰਤਾ ਹੈ, ਨਾਲ ਹੀ ਖੂਨ ਦਾ ਦੌਰਾ ਬੰਦ, ਨਾਲ ਹੀ ਇਹ ਸਰੀਰ ਆਕੜ ਜਾਂਦਾ। ਇਹ ਹਰਾ ਭਰਾ ਤਦ ਹੀ ਹੈ, ਉਹ ਅੰਦਰ ਬੈਠਾ ਸਾਹ ਲੈ ਰਿਹਾ ਹੈ। ਇਸ ਕਰਕੇ ਉਹਨੂੰ ਨਰ ਹਰੈ, ਨਰ ਹਰੈ ਰੱਬ ਨੂੰ ਵੀ ਕਿਹਾ ਹੋਇਆ। ਰੱਬ ਹੀ ਹੈ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਦਾ ਹੈ। ਆ ਜਿੰਨੀ ਬਨਸਪਤੀ ਹੈ, ਇਹਨਾਂ ਦੇ ਉੱਤੇ ਜੋ ਹਰਿਆਵਲਤਾ ਹੀ ਹੈ, ਕਿਹਦੀ ਦਿੱਤੀ ਹੋਈ ਹੈ? ਨਰ ਹਰੇ ਦੀ ਦਿੱਤੀ ਹੋਈ ਹੈ, ਨਰ ਹਰੇ ਦੀ ਦਿੱਤੀ ਹੋਈ ਹੈ। ਸੋ ਉਹਦੀ ਹੀ ਸਾਰੀ ਰਹਿਮਤ ਚੱਲ ਰਹੀ ਸਾਰੇ ਪਾਸੇ। ਨਾਮਦਾਨ ਜਾਚੰਤ ਨਾਨਕ, ਦਇਆਲ ਪੁਰਖ ਕਿਰਪਾ ਕਰੈ। ਹੁਣ ਮੰਗਤਿਆਂ ਦਾ ਵੀ ਬੜਾ ਫਰਕ ਆ ਵੀ। ਜਿਹੜੇ ਉਹਦੇ ਦਰ ਦੇ ਮੰਗਤੇ ਹੁੰਦੇ ਨੇ ਨਾ, ਦੇਖੋ ਮੰਗਣਾ ਤਾਂ ਉਹਦੇ ਕੋਲੋਂ ਹੀ ਆ। ਜਿਹੜਾ ਉਹਦੇ ਕੋਲ ਮੰਗਦਾ, ਉਹਦੇ ਦਰ ਦਾ ਹੀ ਮੰਗਤਾ ਹੋ ਗਿਆ। ਜਿਹਨੇ ਉਹਦੇ ਕੋਲ ਮੰਗਣਾ, ਚਾਹੇ ਮਾਣ ਮੰਗਦਾ, ਤਾਣ ਮੰਗਦਾ, ਧਨ ਲਖਮੀ ਸੁੱਤ, ਜੋ ਵੀ ਮੰਗਦਾ। ਕੋਈ ਆਪਣੇ ਕੰਮਾਂ ਕਾਰਾਂ ਦੀ ਤਰੱਕੀ ਚਾਹੁੰਦਾ ਹੈ, ਕੋਈ ਔਲਾਦ ਦੀ ਤਰੱਕੀ ਚਾਹੁੰਦਾ ਹੈ, ਕੋਈ ਸਰੀਰਕ ਰੋਗ ਮਿਟਾਉਣਾ ਚਾਹੁੰਦਾ ਨਾ, ਜੋ ਮੰਗਦਾ ਉਹਦੇ ਕੋਲ ਮੰਗਦਾ, ਉਹਦੇ ਦਰ ਤੋਂ ਮੰਗਦਾ। ਸਭ ਤੁਝ ਹੀ ਪਾਸੋਂ ਮੰਗਦੇ ਨਿਤ ਕਰ ਅਰਦਾਸ। ਸਾਰੇ ਉਹਦੇ ਕੋਲ ਮੰਗਦੇ ਪਏ ਨੇ। ਸਮੁੱਚੀ ਸ੍ਰਿਸ਼ਟੀ, ਸਮੁੱਚੀ ਸ੍ਰਿਸ਼ਟੀ, ਸਾਰੀ ਜਿੰਨੀਆਂ ਜੂਨਾਂ ਨੇ ਸਭ ਉਹਦੇ ਪਾਸੇ ਮੰਗਦੇ। ਇੱਕ ਹੁੰਦਾ ਉਹਦੇ ਦਰ ਤੋਂ ਮੰਗਣਾ, ਇਹਦੇ ਹੁੰਦਾ ਉਹਦੇ ਦਰ ਦਾ ਮੰਗਤਾ। ਉਹਦੇ ਦਰ ਦਾ ਜਿਹੜਾ ਉਹਦੇ ਦਰ ਤੋਂ ਉਸ ਨੂੰ ਹੀ ਮੰਗਦਾ, ਨਾਮ ਮੰਗਣੇ ਵਾਲਾ ਉਹਦੇ ਦਰ ਦਾ ਮੰਗਤਾ, ਉਹਦੇ ਦਰ ਦਾ ਮੰਗਤਾ ਆ। ਹੁਣ ਸੋ ਉਹ ਜਿਹੜੇ ਉਹਦੇ ਦਰ ਦੇ ਮੰਗਤੇ ਹੁੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਫਿਰ ਉਹਦੇ ਪਾਸੋਂ ਕੇਵਲ ਤੇ ਕੇਵਲ ਪਰਮਾਤਮਾ ਪਰਮੇਸ਼ਰ ਦਾ ਨਾਮ ਹੀ ਮੰਗਦੇ ਨੇ। ਨਾਮ ਦਾਨ ਜਾਚੰਤ ਮੰਗਦੇ ਨੇ, ਮੈਨੂੰ ਨਾਮ ਦਿਓ, ਕਿਰਪਾ ਕਰਕੇ ਨਾਮ ਦੇ ਦਿਓ। ਸੋ ਨਾਮ ਦੇ ਦੇਹੋ ਨਾਮ ਸੰਤੋਖੀਆ। ਮੇਰੀ ਭੁੱਖ ਕਿੱਥੇ ਲੈਂਦੀ ਹੈ? ਮਨ ਦੀ ਭੁੱਖ ਲੈਂਦੀ ਕਿਤੇ ਨਹੀਂ ਲੈਂਦੀ। ਦੇਹੋ ਨਾਮ ਸੰਤੋਖੀਆ। ਜਦੋਂ ਨਾਮ ਦੇ ਨਾਲ ਸੰਤੋਖ ਆਉਂਦਾ, ਉਤਰੇ ਮਨ ਕੀ ਭੁੱਖ, ਫਿਰ ਮਨ ਦੀ ਭੁੱਖ ਉਤਰ ਜਾਂਦੀ। ਨਹੀਂ ਤਾਂ ਸੋ ਇਹ ਸਾਰੀ ਜ਼ਿੰਦਗੀ ਭੁੱਖਾ 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 ਹੀ ਕਰਦਾ, ਇੱਥੋਂ ਚਲੇ ਜਾਂਦਾ, ਭੁੱਖਾ ਹੀ ਰਹਿ। ਨਾਨਕ ਭੁੱਖਾ ਤਾਂ ਰਜੇ। ਜਦ ਭੁੱਖੇ ਨੇ ਤਾਂ ਰਜਣਾ, ਜਦੋਂ ਭਾਈ ਉਸਨੇ ਇਸ ਨੂੰ ਨਾਮ ਦੇਣਾ, ਫਿਰ ਇਹਦਾ ਰਜੇਵਾਂ ਹੋਣਾ। ਦੇਹ ਨਾਮ ਸੰਤੋਖੀਆ। ਸੱਚੇ ਪਾਤਸ਼ਾਹ ਨਾਮ ਦੇ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਤੇਰੇ ਦਰ ਦਾ ਮੰਗਤਾ, ਤੇਰੇ ਦਰ ਤੋਂ ਮੈਂ ਦਾਨ ਦੇ ਰੂਪ ਦੇ ਵਿੱਚ ਤੇਰੇ ਪਾਸੋਂ ਨਾਮ ਮੰਗਤਾ, ਤੇ ਦਇਆਲ ਪੁਰਖ ਕਿਰਪਾ ਕਰੈ। ਸੋ ਅਸੀਂ ਉਹਦੇ ਕੋਲੋਂ ਨਾਮ ਲੈਣ ਦੇ ਯੋਗ ਨਹੀਂ ਹੈ। ਕੁਝ ਫਾਰਮੈਲਿਟੀਆਂ ਨੇ। ਦੇਖੋ, ਭਾਂਡੇ ਵਿੱਚ ਦੁੱਧ ਪਾਉਣਾ, ਜਾਂ ਕਹਿ ਲਓ ਵੀ ਆਪਾਂ ਦਹੀਂ ਜਮਾਉਣਾ, ਫਾਰਮੈਲਿਟੀ ਆ ਵੀ ਭਾਂਡਾ ਧੋਵੋ, ਧੋ ਕੇ ਉਹਦੇ ਵਿੱਚ ਦੁੱਧ ਪਾਓ, ਉਹਨੂੰ ਚੰਗੀ ਤਰ੍ਹਾਂ ਉਬਾਲੋ, ਫਿਰ ਉਹਨੂੰ ਜਾਗ ਲਾਓ, ਫਿਰ ਇਹਨੂੰ ਰਿੜਕੋ। ਪਰ ਜ਼ਰੂਰੀ ਹੈ ਕਿ ਜਦੋਂ ਭਾਂਡੇ ਵਿੱਚ ਦੁੱਧ ਪਾਉਣਾ ਤਾਂ ਭਾਂਡਾ ਸਾਫ਼ ਹੋਣਾ ਚਾਹੀਦਾ। ਅਤੇ ਜਦੋਂ ਜਾਗ ਲੱਗਣਾ ਨਾ, ਤਾਂ ਉਸ ਵੇਲੇ ਉਹ ਦੁੱਧ ਨੂੰ ਅਡੋਲ ਰੱਖਣਾ ਪੈਂਦਾ। ਫਾਰਮੈਲਿਟੀਆਂ ਨੇ ਸਾਰੀਆਂ। ਜੇ ਘੇ ਕੱਢਣਾ ਤਾਂ, ਜੇ ਹੁਣ ਭਾਂਡਾ ਹੀ ਲਿਬੜਿਆ ਹੋਇਆ ਅਤੇ ਦੁੱਧ ਨੇ ਤਾਂ ਪੈਂਦੇ ਸਾਰੇ ਵਿੱਚ ਖਰਾਬ ਹੋ ਜਾਣਾ। ਅਤੇ ਜੇ ਦੁੱਧ ਭਾਂਡਾ ਵੀ ਸਾਫ਼ ਹੈ, ਦੁੱਧ ਵਿੱਚ ਪਾ ਲਿਆ ਅਤੇ ਭਾਂਡੇ ਨੂੰ ਹਿਲਾਉਂਦੇ ਰਹੇ ਅਤੇ ਦਹੀਂ ਨਹੀਂ ਜੰਮਣਾ। ਇਹ ਸਾਰਾ ਕੁਝ ਕਰਨਾ ਪੈਂਦਾ। ਫਿਰ ਜਾ ਕੇ ਮਤਲਬ ਭਾਂਡਾ ਧੋਵੋ, ਫਿਰ ਉਹਦੇ 'ਚ ਦੁੱਧ ਪਾਵੋ, ਉਹ ਜਾਗ ਲਾ, ਉਹਨੂੰ ਟਿਕਾ ਕੇ ਰੱਖੋ, ਫਿਰ ਵਿੱਚ ਮਧਾਣੀ ਪਾਉਣੀ ਪੈਂਦੀ, ਉਹ ਵੀ ਫਿਰ ਰਿੜਕਣਾ ਪੈਂਦਾ।
ਇਹ ਨਹੀਂ ਵਧਾਣੀ ਪਾਤੀ ਤਾਂ ਚਲੋ ਮੱਖਣ ਨਿਕਲ ਆਇਆ, ਰਿੜਕਣਾ ਪੈਂਦਾ, ਫੇਰ ਕਿਤੇ ਜਾ ਕੇ ਮੱਖਣ ਜਿਹੜਾ ਦੁੱਧ 'ਚੋਂ ਉਹ ਪ੍ਰਾਪਤ ਹੁੰਦਾ ਹੈ। ਸੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਸੋ ਭਾਈ ਭਾਂਡਾ ਧੋਏ ਬੈਸ ਧੂਪ ਦੇਵ, ਤਉ ਦੁੱਧੇ ਕੋ ਜਾਵ, ਦੂਧ ਕਰਮ ਫਨ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਵੋ, ਜਪ ਹੋਤਾ ਏਕੋ ਨਾਮਾ, ਅਵਰ ਨਿਰਾ ਫਲ ਕੰਮ। ਸੋ ਜੇ ਨਾਮਦਾਨ ਲੈਣਾ ਹੈ ਨਾ, ਤੇ ਉਹ ਕੇਵਲ ਤੇ ਕੇਵਲ ਉਸ ਦੇ ਨਾਮ ਨੂੰ ਬਾਰ-ਬਾਰ ਜਪਣਾ ਪੈਂਦਾ, ਬਾਰ-ਬਾਰ ਬਾਣੀ ਪੜ੍ਹਨੀ ਪੈਂਦੀ। ਜਦੋਂ ਉਹ ਦੇ ਦਿੰਦਾ ਤਾਂ ਉਹ ਵੀ ਬਾਣੀ ਹੈ, ਪਰ ਫਿਰ ਇਸ ਨੂੰ ਹੱਠ ਕਰਕੇ, ਮਿਹਨਤ ਮਸ਼ੱਕਤ ਕਰਕੇ ਨਹੀਂ ਪੜ੍ਹਨੀ ਪੈਂਦੀ। ਫਿਰ ਇਹਦੇ ਅੰਦਰ ਉਹ ਚਾਅ ਪੈਦਾ ਹੁੰਦਾ, ਆਟੋਮੈਟਿਕਲੀ ਚੱਲਦੀ ਬਾਣੀ, ਆਟੋਮੈਟਿਕ ਚੱਲਦੀ ਹੈ, ਜਿੱਦਾਂ ਸਾਹ ਚੱਲਦਾ, ਨਬਜ਼ ਚੱਲਦੀ ਹੈ। ਸਾਹ ਕਿਹੜਾ ਲੈਣਾ ਪੈਂਦਾ, ਸਾਹ ਚੱਲਣ ਡਿਆ, ਆਪਣੇ ਆਪ ਸਾਹ ਚੱਲਦਾ ਪਿਆ। ਕਦੀ ਲਿਆ ਸਾਹ? ਨਾ, ਉਹ ਆਪਣੇ ਆਪ ਹੀ ਚੱਲਦਾ ਪਿਆ। ਇਸ ਤਰ੍ਹਾਂ ਬਾਣੀ ਚੱਲਦੀ ਪਈ ਹੈ। ਉਹ ਜਦੋਂ ਦੇ ਦਿੰਦਾ, ਮੈਨੂੰ ਉਹ ਦੇ, ਮੈਨੂੰ ਇਹ ਮੇਰੇ ਅੰਦਰ ਇੱਦਾਂ ਨਾਮ ਚੱਲੇ, ਸੋ ਮੇਰੇ 'ਤੇ ਇਹ ਕਿਰਪਾ ਕਰ। ਇਹ ਫਿਰ ਜਾਚਕ ਬਣ ਕੇ, ਮੰਗਤਾ ਬਣ ਕੇ ਉਸ ਦੇ ਦਰ ਤੋਂ ਮੰਗਣਾ ਪੈਂਦਾ, ਅਤੇ ਉਹ ਬਖਸ਼ਿਸ਼ ਕਰਦਾ। ਅਸੀਂ ਇਹਦੇ ਯੋਗ ਨਹੀਂ ਹੈ, ਪਰ ਮੈਨੂੰ ਉਹ ਯੋਗ ਬਣਾ ਦਿੰਦਾ, ਜੋ ਕੀਤੋ ਯੋਗ ਬਣਾ ਦਿੰਦਾ। ਜਿੰਨਾ ਚਿਕਰ ਉਹ ਯੋਗ ਨਹੀਂ ਬਣਾਉਂਦਾ, ਉਨਾ ਚਿਕਰ ਉਹ ਦਾਤ ਵੀ ਨਹੀਂ ਦਿੰਦਾ। ਪਹਿਲਾਂ ਯੋਗ ਬਣਾਉਂਦਾ, ਫਿਰ ਉਹ ਦਾਤ ਬਖਸ਼ਿਸ਼ ਕਰਦਾ ਹੈ। ਅੱਗੇ ਕਹਿੰਦੇ ਨੇ, ਹਿਕ ਸੇਵੀ ਹਿਕ ਸਮਲਾ, ਹਰ ਇੱਕ ਸਪੈ ਅਰਦਾਸ। ਮੈਂ ਤਾਂ ਇੱਕ ਦੀ ਹੀ ਸੇਵਾ ਕਰਦਾ ਹਾਂ ਅਤੇ ਇੱਕ ਨੂੰ ਹੀ ਸੰਭਾਲ ਕੇ ਰੱਖਦਾ, ਉਹਦੇ ਨਾਮ ਨੂੰ ਹੀ ਸੰਭਾਲਦਾ। ਬਾਕੀ ਭੁੱਲ ਜਾਵੇ, ਵਿਸਰ ਜਾਵੇ, ਕੋਈ ਫਰਕ ਨਹੀਂ ਪੈਂਦਾ, ਪਰ ਉਹਦਾ ਨਾਮ ਨਹੀਂ ਵਿਸਰਨਾ ਚਾਹੀਦਾ। ਉਹਦੀ ਮੈਨੂੰ ਚਿੰਤਾ ਰਹਿੰਦੀ ਹੈ। ਅਤੇ ਅਰਦਾਸ ਵੀ ਉਸ ਦੇ ਅੱਗੇ, ਇੱਕ ਦੇ ਅੱਗੇ ਹੈ। ਜਿਹਦਾ ਨਾਮ ਮੈਂ ਬਾਰ-ਬਾਰ ਚੇਤੇ ਕਰਦਾ, ਅਰਦਾਸ ਵੀ ਉਸ ਦੇ ਅੱਗੇ ਹੈ। ਹੋਰ ਕਿਸੇ ਅੱਗੇ ਮੈਂ ਅਰਦਾਸ ਨਹੀਂ ਕਰਦਾ, ਕਿਸੇ ਅੱਗੇ ਅਪਰਜੋਈ ਨਹੀਂ ਕਰਦਾ, ਕਿਸੇ ਦੇ ਦਰ ਦਾ ਮੰਗਤਾ ਨਹੀਂ ਮੰਗਦਾ। ਜੇ ਉਸ ਦੇ ਨਾਮ ਨੂੰ ਸੰਭਾਲ ਕੇ ਰੱਖਾਂਗੇ ਅਤੇ ਕੀਤੀ ਹੋਈ ਅਰਦਾਸ ਵੀ ਮਨਜ਼ੂਰ ਹੋਵੇਗੀ। ਜੇ ਹੁਣ ਉਹਦੇ ਨਾਮ ਨੂੰ ਨਾ ਸੰਭਾਲਿਆ, ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਬਿਨ ਬੋਲਿਆ ਸਭ ਕੁਝ ਜਾਣਦਾ, ਕਿਸੇ ਅੱਗੇ ਕੀਚੇ ਅਰਦਾਸ। ਤੇਰਾ ਬੋਲਣਾ ਵੀ ਜਾਣਦਾ, ਤੇਰੇ ਜੋ ਅੰਦਰ ਉਹ ਵੀ ਜਾਣਦਾ, ਤੇਰੇ ਕਰਮ ਵੀ ਜਾਣਦਾ। ਬੋਲਦਾ ਕੁਝ ਹੋਰ ਹੈ, ਅੰਦਰ ਕੁਝ ਹੋਰ ਹੈ, ਕਰਮ ਕੁਝ ਤੇਰੇ ਹੋਰ ਨੇ, ਉਹ ਸਾਰਾ ਕੁਝ ਜਾਣਦਾ। ਇੱਕ ਦਾ ਹੋ ਜਾ, ਤੈਨੂੰ ਬੋਲਣ ਦੀ ਵੀ ਲੋੜ ਨਹੀਂ ਪਵੇਗੀ। ਇੱਕ ਦਾ ਬਣ ਜਾ, ਇੱਕ ਪਾਸੋਂ ਇੱਕ ਹੀ ਮੰਗ ਲਾ। ਤੇਰੀਆਂ ਸਾਰੀਆਂ ਲੋੜਾਂ ਦਾ ਫਿਕਰ ਉਹਨੂੰ ਹੋਣਾ, ਕਿਉਂਕਿ ਤੂੰ ਉਹਦਾ ਬੱਚਾ ਬਣ ਗਿਆ, ਉਹਦਾ ਤੂੰ ਬੱਚਾ ਬਣ ਗਿਆ। ਤੇਰੀਆਂ ਸਾਰੀਆਂ ਜ਼ਰੂਰਤਾਂ ਉਹ ਆਪਣੇ ਆਪ ਹੀ ਪੂਰੀਆਂ ਕਰਦਾ ਹੈ। ਨਾਮ ਵਖਰ ਧਨ ਸੰਚਿਆ, ਨਾਨਕ ਸੱਚੀ ਰਾਸ। ਕਿਉਂਕਿ ਪੂਰਾ ਗੁਰੂ ਸੋਝੀ ਦੇ ਦਿੰਦਾ ਵੀ ਇੱਥੇ ਜਿਹੜੀ ਸੱਚੀ ਰਾਸ ਹੈ ਉਹ ਨਾਮ ਦੀ ਹੈ। ਨਾਮ ਤੋਂ ਬਿਨਾਂ ਕੋਈ ਵੀ ਸੱਚੀ ਰਾਸ ਨਹੀਂ ਹੈ, ਸੱਚੀ ਪੂੰਜੀ ਨਹੀਂ ਹੈ। ਇੱਕ ਨਾਮ ਹੀ ਹੈ ਜੋ ਸੱਚੀ ਰਾਸ ਹੈ। ਸੋ ਇਹਨੂੰ ਇਕੱਠਾ ਕਰ। ਸੋ ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਇਕੱਠਾ ਕੀਤਾ ਜਾ ਸਕਦਾ, ਨਹੀਂ ਤਾਂ ਜਿਵੇਂ ਭਗਤ ਜੀ ਕਹਿੰਦੇ, ਹਰ ਹੈ ਖਾਂਡ ਰੇਤ ਵਿੱਚ ਵਿਖਰੀ, ਹਸਤੀ ਚੁਣੀ ਨਾ ਜਾਏ। ਨਾਮ ਤਾਂ ਖੰਡ ਹੈ, ਅਤੇ ਸੰਸਾਰ ਦੇ ਵਿੱਚ ਮੰਨ ਲਓ ਜਿੱਦਾਂ ਖੰਡ ਰੇਤ ਵਿੱਚ ਖਿਲਰੀ ਹੁੰਦੀ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਸੋ ਨਾਮ ਖਿਲਰਿਆ ਪਿਆ, ਇਕੱਠਾ ਕਰਨਾ ਪੈਂਦਾ। ਹਾਥੀ ਜਿਵੇਂ ਰੇਤ ਦੇ ਵਿੱਚੋਂ ਖੰਡ ਨਹੀਂ ਇਕੱਠੀ ਕਰ ਸਕਦਾ, ਕੀੜੀ ਕਰ ਸਕਦੀ ਹੈ। ਜੇ ਤੂੰ ਨਾਮ ਇਕੱਠਾ ਕਰਨਾ ਨਾ, ਕੀੜੀ ਵਾਂਗੂ ਨਿਮਰਤਾ ਰੱਖਣੀ ਪੈਣੀ ਹੈ। ਜੇ ਤੇਰਾ ਮਨ ਹਾਥੀ ਵਰਗਾ ਹੰਕਾਰ ਦੇ ਵਿੱਚ ਹੈ, ਤੂੰ ਨਾਮ ਕਦੀ ਇਕੱਠਾ ਹੀ ਨਹੀਂ ਕਰ ਸਕਦਾ। ਚਾਹੇ ਧਾਰਮਿਕ ਸਥਾਨ 'ਤੇ ਅਜੇ ਧਾਰਮਿਕ ਸਥਾਨ ਤਾਂ ਬਣਾਉਣਾ ਪੈਂਦਾ। ਧਾਰਮਿਕ ਸਥਾਨ ਮਤਲਬ ਆਪਣਾ ਹਿਰਦੇ ਨੂੰ ਧਾਰਮਿਕ ਬਣਾਉਣਾ ਪੈਂਦਾ। ਜੇ ਹਿਰਦਾ ਹੀ ਧਾਰਮਿਕ ਨਹੀਂ ਹੈ, ਤੇ ਬਾਹਰਲੇ ਧਾਰਮਿਕ ਸਥਾਨ 'ਤੇ ਜਿਹੜੇ ਮਰਜ਼ੀ ਚਲ ਜਾ, ਨਹੀਂ ਗੱਲ ਬਣਨੀ। ਆਪਣੇ ਆਪ ਨੂੰ ਧਾਰਮਿਕ ਬਣਾਉਣਾ ਪੈਂਦਾ। ਫਿਰ ਜਿੱਥੇ ਮਰਜ਼ੀ ਬਹਿ ਜਾ, ਤੈਨੂੰ ਧਰਮ ਪ੍ਰਾਪਤ ਹੋਵੇਗਾ। ਜਿੱਥੇ ਮਰਜ਼ੀ ਬਹਿ ਜਾ, ਫਿਰ ਤੈਨੂੰ ਧਰਮ ਮਿਲੇਗਾ। ਮਹਾਰਾਜ ਪਾਤਸ਼ਾਹ ਅੱਗੇ ਕਿਰਪਾ ਕਰਦੇ ਆ ਪੌੜੀ 'ਚੋਂ। ਪ੍ਰਭ ਦਇਆਲ ਬੇਅੰਤ, ਪੂਰਨ ਇੱਕ ਏ। ਰੱਬ ਜਿਹੜਾ ਆ
ਉਹ ਦਿਆਲੂ ਹੈ, ਬੇਅੰਤ ਹੈ, ਉਹਦੇ ਗੁਣਾਂ ਦਾ ਅੰਤ ਨਹੀਂ, ਉਹਦੀਆਂ ਦਾਤਾਂ ਦਾ ਅੰਤ ਨਹੀਂ ਹੈ, ਤੇ ਸਾਰਿਆਂ ਦੇ ਵਿੱਚ ਪਰਿਪੂਰਨ ਹੈ, ਸਾਰਿਆਂ ਨੂੰ ਪੂਰਨ ਕਰਨੇ ਵਾਲਾ, ਸਭ ਨੂੰ ਰਿਜ਼ਕ ਦਿੰਦਾ। ਉਂਝ ਜੇ ਕੋਈ ਅਧਿਆਤਮਿਕ ਖੁਰਾਕ ਕਰਕੇ, ਗਿਆਨ ਕਰਕੇ ਜਦੋਂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੈਂ ਅਧੂਰਾ, ਵੀ ਗਿਆਨ ਮੇਰੇ 'ਚ ਪੂਰਾ ਨਹੀਂ ਹੈ, ਤੇ ਉਹ ਕਿਰਪਾਲੂ ਦਿਆਲੂ ਉਸਨੂੰ ਆਪਣੇ ਇਸ ਰੱਬੀ ਗਿਆਨ ਵਿੱਚ ਵੀ ਪੂਰਾ ਕਰ ਦਿੰਦਾ। ਜਿੰਨਾ ਚਿਰ ਰੱਬੀ ਗਿਆਨ ਸਾਡੇ ਪੂਰਾ ਨਹੀਂ ਹੁੰਦਾ, ਉਨਾ ਚਿਰ ਇਹ ਜੀਵ ਪੂਰਾ ਨਹੀਂ ਹੋ ਸਕਦਾ। ਤੇ ਦਰਗਾਹ ਦੇ ਵਿੱਚ ਪੂਰਿਆਂ ਨੂੰ ਹੀ ਪ੍ਰਵਾਨ ਕੀਤਾ ਜਾਂਦਾ। ਜਦੋਂ ਗਿਆਨ ਪੂਰਾ ਹੋ ਗਿਆ, ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਜਿੰਨਾ ਚਿਰ ਗਿਆਨ ਅਧੂਰਾ, ਉਹਨਾਂ ਚਿਰ ਦਰਗਾਹ ਦੇ ਵਿੱਚ ਵੀ ਇਹ ਪ੍ਰਵਾਨ ਨਹੀਂ। ਪੂਰਨ ਇੱਕ ਇਹ, ਇਸ ਸੰਸਾਰ ਵਿੱਚ ਸਾਰੇ ਹੀ ਅਧੂਰੇ ਦਿਸਦੇ ਪਏ ਨੇ। ਇੱਕ ਰੱਬ ਪੂਰਨ ਹੈ, ਇੱਕ ਗੁਰੂ ਪੂਰਨ ਹੈ, ਬਾਕੀ ਤਾਂ ਸਾਰੇ ਅਧੂਰੇ ਨੇ। ਜਿਹੜਾ ਗੁਰੂ ਦੇ ਨਾਲ ਜੁੜ ਗਿਆ ਉਹ ਇੱਕਮਿਕ ਹੋ ਗਿਆ, ਉਹ ਪੂਰਾ ਹੋ ਗਿਆ। ਜਿਹੜਾ ਗੁਰੂ ਦੇ ਨਾਲ ਨਹੀਂ ਜੁੜਿਆ ਉਹ ਅਧੂਰਾ ਹੈ। ਕਿਵੇਂ ਪ੍ਰਵਾਨ ਹੋਵੇਗਾ? ਪ੍ਰਵਾਨ ਹੀ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪੂਰਨ ਇੱਕੋ ਹੀ ਹੈ, ਇੱਕੋ ਹੀ ਆ। ਗੁਰ ਪਰਮੇਸ਼ਰ ਹੀ ਪੂਰਨ ਹੈ। ਕਹਿੰਦੇ ਜੇ ਤੂੰ ਪੂਰਾ ਹੋਣਾ ਚਾਹੁੰਦਾ ਤੇ ਫਿਰ ਪੂਰੇ ਕਾ ਕੀ ਹੈ? ਸਭ ਕੁਛ ਪੂਰਾ, ਘੱਟ ਵੱਧ ਕੁਛ ਨਾ ਹੈ। ਪੂਰੇ ਦੇ ਨਾਲ ਜੁੜ ਜਾ, ਪੂਰਾ ਤੈਨੂੰ ਅਧੂਰੇ ਤੇ ਪੂਰਾ ਕਰ ਲਊਗਾ। ਸਭ ਕਿਛ ਆਪੇ ਆਪ, ਦੂਜਾ ਕਹਾ ਕੇਹੋ। ਜਿਵੇਂ ਸ਼ਲੋਕ ਦੇ ਸ਼ੁਰੂ ਵਿੱਚ ਮਹਾਰਾਜ ਕਹਿੰਦੇ ਦ੍ਰਿਸ਼ਟਾਂਤ ਏਕੋ, ਸੁਨਿਯੰਤ ਏਕੋ, ਵਰਤੰਤ ਏਕੋ ਨਰ ਹਰੈ। ਵੀ ਦਿਸਦਾ ਵੀ ਇੱਕ ਹੈ, ਹੁਣ ਸੁਣਦਾ ਵੀ ਨਾਮ ਹੀ ਹੈ, ਤੇ ਵਰਤਾਰਾ ਵੀ ਸਾਰੇ ਪਾਸੇ ਨਾਮ ਦਾ ਹੀ ਦਿਸਦਾ ਪਿਆ। ਹੁਣ ਇਹੋ ਹੀ ਅਵਸਥਾ ਜਦੋਂ ਪੂਰਨ ਹੋ ਜਾਂਦਾ ਹੈ, ਮਹਾਰਾਜ ਪਾਤਸ਼ਾਹ ਕਹਿੰਦੇ ਜਦੋਂ ਪੂਰਨ ਹੋ ਗਿਆ ਫੇਰ ਇਹ ਕੀ ਕਹਿੰਦਾ? ਕਹਿੰਦਾ ਸਭ ਕੁਛ ਆਪੇ ਆਪ, ਦੂਜਾ ਕਹਾ ਕਿਉ। ਦੂਜਾ ਹੈ ਹੀ ਕੋਈ ਨਹੀਂ। ਦੇਖਣੇ ਵਾਲਾ ਆਪ, ਦੇਣੇ ਵਾਲਾ ਆਪ, ਲੈਣੇ ਵਾਲਾ ਆਪ, ਸੁਣਨੇ ਵਾਲਾ ਆਪ, ਸੁਣਾਉਣੇ ਵਾਲਾ ਆਪ। ਦੂਜਾ ਕਿੱਥੇ ਹੈ? ਉਹਨੂੰ ਦੂਜਾ ਦਿਸਦਾ ਹੀ ਨਹੀਂ ਹੈ। ਸੋ ਭਿੰਨ ਭਿੰਨ ਉਨਾ ਚਿਰ ਦਿਸਦਾ ਸੀ ਜਿੰਨਾ ਚਿਰ ਆਪ ਪੂਰਨ ਨਹੀਂ ਸੀ। ਉਦੋਂ ਕਦੀ ਕੋਈ ਵੈਰੀ ਦਿਸਦਾ ਸੀ, ਕਦੀ ਕੋਈ ਬੇਗਾਨਾ ਦਿਸਦਾ ਸੀ, ਕਦੀ ਕੋਈ ਮਿੱਤਰ ਦਿਸਦਾ ਸੀ। ਜਦੋਂ ਪੂਰਾ ਹੋ ਗਿਆ ਫਿਰ ਇਹੋ ਹੀ ਕਹਿਣ ਲੱਗ ਪਿਆ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆ ਹੀ। ਕਹਿੰਦੇ ਕੋਈ ਵੈਰੀ ਨਹੀਂ, ਕੋਈ ਬੇਗਾਨਾ ਨਹੀਂ, ਸਾਰੇ ਆਪਣੇ ਨੇ। ਹੁਣ ਇਹਦੀ ਇਹ ਅਵਸਥਾ ਬਣ ਗਈ, ਕੋਈ ਪੂਰਾ ਹੋ ਗਿਆ ਨਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਦੋਂ ਪੂਰਾ ਹੋ ਗਿਆ ਤਾਂ ਸਭ ਕੁਛ ਆਪੇ ਆਪ, ਦੂਜਾ ਕਹਾ ਕਿ ਦੂਜਾ ਹੋਵੇ ਤਾਂ ਆਖੀਏ। ਜਿੰਨਾ ਚਿਰ ਪੂਰਾ ਨਹੀਂ ਸੀ ਉਦਾਂ ਉਹਨਾਂ ਚਿਰ ਮਾਇਆ ਅੱਡ ਦਿਸਦੀ ਪਈ ਹੈ। ਮਾਇਆ ਨੂੰ ਦੂਜਾ ਕਹਿ ਦਿੱਤਾ ਨਾ, ਮਾਇਆ ਅੱਡ ਦਿਸਦੀ ਪਈ। ਜਦੋਂ ਇਹ ਪੂਰਾ ਹੋ ਗਿਆ ਮਾਇਆ ਉਹਦੀ ਦਾਸੀ ਦਿਸਦੀ ਪਈ ਹੈ। ਜਿੰਨਾ ਚਿਰ ਅਧੂਰਾ ਸੀ ਮਾਇਆ ਤੋਂ ਡਰ ਲੱਗਦਾ ਸੀ, ਭੱਜਦਾ ਸੀ, ਦੌੜਦਾ ਸੀ ਵੀ ਮਾਇਆ ਬੜੀ ਪ੍ਰਬਲ ਹੈ, ਬੜਾ ਔਖਾ ਮਾਇਆ ਤੋਂ ਤਰਨਾ। ਜਦੋਂ ਉਹਦੇ ਵਿੱਚ ਅਭੇਦ ਹੋ ਗਿਆ ਹੁਣ ਸੋ ਮਾਇਆ ਉਹਦੇ ਅੱਗੇ ਕਾਰ ਕਮਾਉਣੇ ਵਾਲੀ ਦੀ ਦਾਸੀ ਬਣੀ। ਉਹਨੂੰ ਮਾਇਆ ਤੋਂ ਕੋਈ ਡਰ ਨਹੀਂ ਹੈ ਜੀ। ਮਾਇਆ ਤਾਂ ਵੀ ਸਾਰੇ ਕੰਮ ਕਰਦੀ ਪਈ ਹੈ, ਸਾਰਿਆਂ ਦੀ ਦੇਖਭਾਲ ਕਰਦੀ, ਸਾਰਿਆਂ ਦੀ ਦੇਖਭਾਲ ਮਾਇਆ ਦੁਆਰਾ ਹੀ ਕਰਾਉਂਦਾ। ਕਿਉਂ? ਕਿਉਂਕਿ ਇਹ ਪੂਰਨ ਹੋ ਗਿਆ। ਜਿੰਨਾ ਚਿਰ ਪੂਰਨ ਨਹੀਂ ਹੁੰਦਾ ਉਨਾ ਚਿਰ ਭਟਕਣਾ ਹੈ। ਜਦੋਂ ਪੂਰਾ ਹੋ ਗਿਆ ਕੋਈ ਭਟਕਣਾ ਨਹੀਂ ਫਿਰ ਰਹਿ ਜਾਂਦੀ। ਕਹਿੰਦੇ ਆਪ ਕਰਹੁ ਪ੍ਰਭ ਦਾਨ, ਆਪੇ ਆਪ ਲੇਹੁ। ਜਦੋਂ ਪੂਰਾ ਹੋ ਜਾਂਦਾ ਹੈ ਸੋ ਉਸ ਵਕਤ ਇਹਦੇ 'ਚ ਬੜਾ ਭਾਰੀ ਬਦਲਾਅ ਆਉਂਦਾ। ਕਹਿੰਦਾ ਵੀ ਦਾਨ ਕਰਨੇ ਵਾਲਾ ਵੀ ਆਪ ਹੈ ਤੇ ਦਾਨ ਲੈਣੇ ਵਾਲਾ ਵੀ ਆਪ ਹੈ। ਪੂਰਾ ਪੁਰਖ ਜਦੋਂ ਕੁਝ ਦਿੰਦਾ ਉਹ ਇਹ ਸਮਝ ਕੇ ਨਹੀਂ ਦਿੰਦਾ ਕਿ ਮੈਂ ਦਿੰਦਾ, ਤੇ ਇਹ ਸਮਝ ਕੇ ਵੀ ਦੂਸਰੇ ਨੂੰ ਦਿੰਦਾ ਵੀ ਹਾਂ ਮੈਂ ਇਹਦੀ ਲੋੜ ਪੂਰੀ ਕਰਦਾ, ਹੈ ਨਾ। ਮੈਂ ਇਹਦੀ ਲੋੜ ਪੂਰੀ ਕਰਦਾ ਨਹੀਂ। ਉਹ ਕਹਿੰਦਾ ਮੇਰੇ ਅੰਦਰ ਬੈਠ ਕੇ ਦਿੰਦਾ ਵੀ ਉਹ ਆਪ ਹੈ, ਤੇ ਜਿਹੜਾ ਲੈਣੇ ਵਾਲਾ ਉਹਦੇ ਅੰਦਰ ਬੈਠ ਕੇ ਲੈਂਦਾ ਵੀ ਉਹ ਆਪ ਹੈ। ਉੱਥੇ ਹੰਕਾਰ ਕਿੱਥੋਂ ਆਊਗਾ? ਉੱਥੇ ਕੋਈ ਹੰਕਾਰ ਨਹੀਂ ਆ ਜਾਂਦਾ। ਇਸੇ ਤਰ੍ਹਾਂ ਹੀ ਰੱਬ ਫਿਰ ਜਿਨ੍ਹਾਂ ਨੂੰ ਪੂਰਾ ਕਰਦਾ ਹੈ ਨਾ ਉਹਨਾਂ ਨੂੰ ਦਾਤਾ ਵੀ ਬਣਾਉਂਦਾ ਹੈ, ਉਹਨਾਂ ਨੂੰ ਮੰਗਤਾ ਵੀ ਬਣਾਉਂਦਾ ਹੈ। ਪੂਰੇ ਜਿਹੜੇ ਨੇ ਨਾ ਉਹ ਦਾਤੇ ਵੀ ਨੇ, ਉਹ ਮੰਗਤੇ ਵੀ ਹਨ। ਦਾਤੇ ਬਣ ਕੇ ਹੰਕਾਰ ਨਹੀਂ ਹੈ, ਤੇ ਮੰਗਤੇ ਬਣ ਕੇ ਕੋਈ ਹੀਣਤਾ ਹੀ ਨਹੀਂ ਹੈ। ਮੰਗਤੇ ਬਣ ਕੇ
ਉਹ ਮੰਗਦੇ ਫਿਰਦੇ ਨੇ, ਭਾਈ ਦਿਓ ਬਈ, ਸੇਵਾ ਕਰਾਓ ਬਈ, ਹੈਗੇ ਪੂਰੇ ਨੇ। ਉਹਨਾਂ ਨੂੰ ਪਤਾ ਵੀ ਮੈਂ ਕਿਸੇ ਬੰਦੇ ਤੋਂ ਨਹੀਂ ਮੰਗਦਾ, ਉਹਦੇ ਕੋਲੇ ਮੰਗਦਾ, ਕਿਉਂਕਿ ਆਪ ਹੀ ਉਹ ਮੰਗਣੇ ਵਾਲਾ ਅਤੇ ਆਪ ਹੀ ਉਹ ਲੈਣੇ ਵਾਲਾ, ਪੂਰਿਆਂ ਨੂੰ ਕੋਈ ਫਰਕ ਨਹੀਂ ਹੁੰਦਾ। ਸਾਡੇ ਵਰਗੇ ਜਿਹੜੇ ਅਧੂਰੇ ਆ, ਸਾਨੂੰ ਫਰਕ ਪੈਂਦਾ, ਸਾਨੂੰ ਦੇਣ ਲੱਗਿਆਂ ਵੀ ਫਰਕ ਪੈਂਦਾ, ਜਦੋਂ ਅਸੀਂ ਕਿਸੇ ਨੂੰ ਦਿੰਦੇ ਉਦੋਂ ਵੀ ਸਾਡੇ 'ਤੇ ਅਸਰ ਪੈਂਦਾ, ਜਦੋਂ ਅਸੀਂ ਕਿਸੇ ਤੋਂ ਕੁਝ ਮੰਗਣਾ ਹੁੰਦਾ ਉਦੋਂ ਵੀ ਸਾਡੇ 'ਤੇ ਅਸਰ ਪੈਂਦਾ। ਅਸੀਂ ਜੋ ਵੇਖਦੇ ਹਾਂ, ਜੋ ਸੁਣਦੇ ਹਾਂ, ਬੋਲ ਜਾਂਦੇ ਹਾਂ। ਜਿਹੜਾ ਅਕਾਲ ਪੁਰਖ ਦੀ ਜੋ ਰਚਨਾ ਦਾ ਸਿਧਾਂਤ ਸਾਡੀ ਸਮਝ ਵਿੱਚ ਨਹੀਂ ਆ ਸਕਦਾ। ਹਾਂ, ਜਦੋਂ ਇਹ ਪੂਰਾ ਹੋ ਗਿਆ ਨਾ, ਉਦੋਂ ਇਹਨੂੰ ਸਾਰੀ ਸਮਝ ਵਿੱਚ ਆਣੀ ਵੀ ਹਾਂ ਵੀ ਗੱਲ ਖੇਡ ਕੀ ਹੈ, ਉਹਦੀ ਖੇਡ ਕੀ ਹੈ, ਉਹਦੀ ਖੇਡ ਦੀ ਇਹਨੂੰ ਫੇਰ ਸਮਝ ਪੈਣੀ ਹੈ। ਜਿੰਨਾ ਚਿਕਰ ਇਹ ਪੂਰਾ ਨਹੀਂ ਹੁੰਦਾ, ਇਹਨੂੰ ਵੀ ਖੇਡ ਦੀ ਸਮਝ ਨਹੀਂ ਪੈਣੀ, ਨੇ ਉਲਝਿਆ ਰਹਿਣਾ। ਆਪ ਕਰੋ ਪ੍ਰਬਧਾਨ, ਆਪੇ ਆਪ ਲਿਹੋ, ਆਵਣ ਜਾਣਾ ਹੁਕਮ, ਸਭ ਨਿਹਚਲ ਤੁਧ ਥੇਹੋ। ਆਉਣਾ ਕੀ ਹੈ? ਜਨਮ ਲੈਣਾ। ਜਾਣਾ ਕੀ ਹੈ? ਮਰ ਜਾਣਾ। ਜਿਹੜੇ ਤਾਂ ਸੰਸਾਰਕ ਬਿਰਤੀ ਵਾਲੇ ਨੇ, ਜਦੋਂ ਕੋਈ ਜੀਵ ਸੋ ਆਉਂਦਾ ਤੇ ਇਹ ਕੀ ਕਹਿੰਦੇ, ਹਾਂ ਜਨਮ ਲਿਆ, ਖੁਸ਼ੀਆਂ ਮਨਾਉਂਦੇ ਨੇ, ਕਿਉਂਕਿ ਜਨਮ ਸਮਝ ਲਿਆ ਨਾ, ਜਨਮ ਸਮਝਿਆ, ਖੁਸ਼ੀਆਂ ਮਨਾਈਆਂ। ਜਦੋਂ ਪੁਰਾਣੀ ਚੜ੍ਹਾਈ ਕਰ ਜਾਂਦਾ, ਉਦੋਂ ਇਹ ਮਰਿਆ ਸਮਝਦੇ ਨੇ, ਇਸ ਕਰਕੇ ਰੋਂਦੇ ਪਿੱਟਦੇ ਨੇ। ਗੁਰਮੁਖਾਂ ਦੀ ਬੋਲੀ ਹੀ ਹੋਰ ਹੈ, ਉਹ ਜਨਮ ਨੂੰ ਆਉਣਾ ਸਮਝਦੇ ਨੇ ਤੇ ਮੌਤ ਨੂੰ ਜਾਣਾ ਸਮਝਦੇ ਨੇ, ਤੇ ਇਹਨੂੰ ਹੁਕਮ ਮੰਨ ਲੈਂਦੇ ਨੇ। ਇਹ ਜਦ ਹੁਕਮ ਮੰਨ ਲੈਣਾ, ਆਉਣਾ ਵੀ ਹੁਕਮ ਹੈ, ਜਾਣਾ ਵੀ ਹੁਕਮ ਹੈ। ਨਾ ਫਿਰ ਜਨਮ ਦੇ ਸਮੇਂ ਹਰਖ ਹੈ, ਨਾ ਮੌਤ ਦੇ ਸਮੇਂ ਸੋਗ ਹੈ। ਇੱਥੋਂ ਹਰਖ ਸੋਗ ਤੋਂ ਰਹਿ ਨਿਆਰਾ ਹੋ ਜਾਂਦਾ। ਕਿਉਂ? ਕਿਉਂਕਿ ਜਨਮ ਨੂੰ ਵੀ ਹੁਕਮ ਮੰਨਿਆ, ਮੌਤ ਨੂੰ ਵੀ ਹੁਕਮ ਹੀ ਮੰਨਿਆ। ਸੋ ਗੱਲ ਤਾਂ ਹੁਕਮ ਦੀ ਹੈ ਨਾ ਸਾਰੀ। ਜਨਮ ਜਾਂ ਮੌਤ, ਆਉਣਾ ਜਾਂ ਆਉਣਾ, ਇਹਨੂੰ ਨਹੀਂ ਵੇਖਦੇ। ਸਭ ਨਿਹਚਲ ਤੁਧ ਤੇ, ਬਾਕੀ ਸਾਰੀ ਸ੍ਰਿਸ਼ਟੀ ਆਉਣ ਜਾਣ ਦੇ ਵਿੱਚ ਹੈ। ਕੋਈ ਜੰਮਦਾ, ਕੋਈ ਮਰਦਾ, ਕੋਈ ਮਰਦਾ, ਕੋਈ ਜੰਮਦਾ। ਨਿਸ਼ਚਲ ਕੀ ਹੈ? ਤੁਧ ਥੇ, ਤੇਰਾ ਟਿਕਾਣਾ। ਨਿਸ਼ਚਲ ਥੇ ਕੀ ਹੁੰਦਾ? ਟਿਕਾਣਾ ਜਾਂ ਆਸਣ ਕਹਿ ਲਓ। ਇੱਕ ਸਿਰਫ ਤੇ ਸਿਰਫ ਤੂੰ ਨਿਸ਼ਚਲ ਹੈ, ਹਮੇਸ਼ਾ ਰਹਿਣੇ ਵਾਲਾ। ਤੇਰਾ ਟਿਕਾਣਾ ਨਿਸ਼ਚਲ ਹੈ, ਤੇਰਾ ਆਸਣ ਨਿਸ਼ਚਲ ਹੈ, ਬਾਕੀ ਸਾਰਾ ਕੁਝ ਆਉਣ ਜਾਣ ਦੇ ਵਿੱਚ ਹੀ ਆ। ਸੰਜੋਗ ਵਿਜੋਗ ਦੇ ਕਾਰ ਚਲਾਵੇ, ਲਿਖੀ ਆਵੇ ਭਾਗ। ਸੋ ਇਹ ਚੀਜ਼ਾਂ ਜਨਮੰ ਤਾਂ ਮਰਣੰ, ਹਰਖੰ ਤਾਂ ਸੋਗੰ, ਊਚੰ ਤਾਂ ਨੀਚੰ, ਮਾਨੰ ਅਪਮਾਨੰ ਮਾਰਨ। ਇਹ ਚੀਜ਼ਾਂ ਸਾਨੂੰ ਸਮਝਾਈਆਂ ਹੋਈਆਂ। ਨਿਸ਼ਚਲ ਕੀ ਹੈ? ਨਿਸ਼ਚਲ ਇੱਕ ਤੂੰ ਹੀ ਹੈ, ਤੇਰਾ ਨਾਮ ਹੈ, ਜਾਂ ਤੇਰਾ ਭਗਤ ਨਿਸ਼ਚਲ ਹੈ, ਕਿਉਂਕਿ ਤੇਰੇ ਭਗਤ ਦੇ ਹਿਰਦੇ ਦੇ ਵਿੱਚ ਤੇਰਾ ਨਾਮ ਵਸਦਾ। ਤੇਰਾ ਨਾਮ ਨਿਸ਼ਚਲ ਹੈ, ਜਿੱਥੇ ਤੇਰੇ ਨਾਮ ਦਾ ਵਾਸਾ ਹੋ ਜਾਣਾ ਉਹ ਵੀ ਨਿਸ਼ਚਲ ਹੋ ਜਾਣਾ। ਤੇਰੇ ਤਾਂ ਭਗਤ ਦਾ ਹਿਰਦਾ ਡੋਲਦਾ ਨਹੀਂ। ਭਗਤ ਡੋਲਦਾ, ਬਾਕੀ ਡੋਲਦੇ ਨੇ, ਭਗਤ ਨਹੀਂ ਡੋਲਦਾ ਕਦੇ। ਕਿਉਂ? ਕਿਉਂਕਿ ਉਸ ਦੇ ਅੰਦਰ ਨਾਮ ਦਾ ਟਿਕਾਅ ਹੋ ਗਿਆ, ਉਹ ਕਿਉਂ ਡੋਲੇਗਾ? ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬਹੂ ਡੋਲੇ। 184 ਮੇਦਨੀ ਸਭ ਆਵੈ ਜਾਸੀ, ਨਿਸ਼ਚਲ ਸੱਚ ਖੁਦਾਏ, ਇੱਕ ਖੁਦਾਏ ਬੰਦਾ ਵਿਨਾਸੀ। ਜਿਹੜਾ ਖੁਦਾ ਦਾ ਬੰਦਾ ਬਣ ਗਿਆ ਉਹ ਨਿਸ਼ਚਲ ਹੋ ਜਾਂਦਾ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਸਾਰਾ ਜਗਤ ਇਸ ਦਾ ਪਰਿਵਾਰ ਹੋ ਗਿਆ। ਸਾਰਾ ਜਗਤ ਜਿਹੜਾ ਪਰਿਵਾਰ ਦਾ ਮੁਖੀਆ ਹੁੰਦਾ ਹੈ, ਸੋ ਉਹ ਸਾਰੀ ਜ਼ਿੰਮੇਵਾਰੀ ਆ। ਸਾਰੀ ਜਿਵੇਂ ਕੌਣ ਕੀ ਕਰਦਾ, ਕੌਣ ਨਹੀਂ ਕਰਦਾ, ਉਹ ਇਹ ਨਹੀਂ ਵੇਖਦਾ। ਉਹ ਦੇਖਦਾ ਵੀ ਹਾਂ ਵੀ ਕਿਵੇਂ ਸੋ ਪਰਿਵਾਰ ਦਾ ਜਿਹੜਾ ਕੰਮ ਕਾਰ ਕਿਵੇਂ ਚਲਾਇਆ ਜਾ ਸਕਦਾ, ਇਹ ਹਿਸਾਬ ਨੂੰ ਲੈਂਦਾ। ਇਹ ਚਲੋ ਇੱਕ ਨੇ ਨਹੀਂ ਕੀਤਾ ਦੂਜਾ ਕਰ ਲਊਗਾ, ਉਹਦਾ ਆਹ ਸਿਸਟਮ ਹੁੰਦਾ। ਸੋ ਕਿਉਂਕਿ ਸਾਰਾ ਸੰਸਾਰ ਪਰਿਵਾਰ ਹੋ ਗਿਆ, ਸਾਰੇ ਸੰਸਾਰ ਨੂੰ ਪਰਿਵਾਰ ਮੰਨਦਾ ਹੈ। ਉਹਦਾ ਏਡੀ ਵੱਡੀ ਵਿਸ਼ਾਲ ਸੋਚ ਦਾ ਉਹ ਮਾਲਕ ਹੋ ਜਾਂਦਾ। ਜਿਸ ਦੇ ਅੰਦਰ ਉਸ ਦਾ ਨਾਮ ਟਿਕ ਜਾਂਦਾ। ਉਹ ਖਾਲਕ ਦੀ ਬਣਾਈ ਹੋਈ ਇਸ ਦੁਨੀਆ, ਖਾਲਕ ਦੀ ਬਣਾਈ ਹੋਈ ਖਲਕ ਦੀ ਪਾਲਣਾ ਕਰਦਾ। ਸੋ ਨਾ ਕਿ ਭਾਈ ਕਿਸੇ ਨੂੰ ਬੈਰੀ, ਕਿਸੇ ਨੂੰ ਬੇਗਾਨਾ ਸਮਝ ਕੇ ਕਿਸੇ ਦੇ ਨਾਲ ਚੰਗਾ ਵਰਤਾਅ ਕਰਦਾ, ਆਪਣਿਆਂ ਨਾਲ ਦੂਜਿਆਂ ਨਾਲ ਮਾੜਾ ਵਰਤਾਅ ਕਰਦਾ। ਇਹ ਸਾਰਾ ਕੁਝ ਤਾਂ ਖਤਮ ਹੋ ਜਾਂਦਾ, ਕਿਉਂਕਿ ਅੰਦਰ ਨਾਮ ਟਿਕ ਗਿਆ ਨਾ। ਉਹਦੀ ਸੋਚ ਹੁਣ ਹੋ ਗਈ ਐਰਣ ਮੱਤ ਹੋ ਗਈ, ਉਹਦੀ ਮੱਤ ਐਰਣ ਹੋ ਗਈ। ਮੱਤ ਨਹੀਂ ਉਹਦੀ ਚਲਾਇਮਾਨ। ਜਿਹੜੀ ਮੱਤ ਨਿਸ਼ਚਲ ਹੋ ਜਾਂਦੀ, ਉਹ ਨਿਸ਼ਚਲ ਹੋ ਜਾਂਦਾ। ਗੁਰੂ ਦੀ ਬਾਣੀ ਦੇ ਨਾਲ ਹੀ ਮੱਤ ਐਰਣ ਬਣਦੀ, ਮੱਤ ਨਿਸ਼ਚਲ ਹੁੰਦੀ ਹੈ। ਨਾਨਕ ਮੰਗੈ ਦਾਨ,
ਕਰ ਕਿਰਪਾ ਨਾਮ ਦੇ। ਮੈਂ ਤਾਂ ਹਰ ਵਕਤ ਇਹ ਸੱਚੇ ਪਾਤਸ਼ਾਹ ਤੇਰੇ ਦਰ ਤੇ ਖੜ ਕੇ ਤੇਰੇ ਪਾਸੋਂ ਨਾਮ ਦੀ ਹੀ ਜਾਚਨਾ ਕਰਦਾ। ਕਿਰਪਾ ਕਰੋ, ਕਿਰਪਾ ਕਰੋ, ਮੈਨੂੰ ਆਪਣਾ ਨਾਮ ਦਿਓ। ਨਾਮ ਤੋਂ ਬਿਨਾਂ ਮੇਰੀ ਭੁੱਖ ਨਹੀਂ ਮਿਟਣੀ, ਨਾਮ ਤੋਂ ਮੇਰਾ ਬਿਨਾਂ ਮੇਰੇ ਅੰਦਰ ਸ਼ਾਂਤੀ ਨਹੀਂ ਬਣਨੀ। ਮੇਰੇ ਮਨ ਦੀ ਜੋ ਅੱਗ ਹੈ, ਜੋ ਵਿਕਾਰਾਂ ਦੀ ਤਪਸ਼ ਹੈ, ਉਹ ਨਾਮ ਜਲ ਤੋਂ ਬਿਨਾਂ ਕਦੀ ਬੁਝ ਨਹੀਂ ਸਕਦੀ। ਹੁਣ ਕਰ ਕਿਰਪਾ ਕਰ, ਜਿਹਦੇ 'ਤੇ ਕਿਰਪਾ ਕਰ ਦਿੰਦਾ, ਕਰੀ ਕਿਰਪਾ, ਰਾਰੇ ਨੂੰ ਹੁਸ਼ਿਆਰੀ ਆ ਗਈ, ਜਿਹਦੇ 'ਤੇ ਕਿਰਪਾ ਕਰ ਦਿੰਦਾ ਉਹਨੂੰ ਨਾਮ ਦੇ ਦਿੰਦਾ, ਰਹਿਮਤ ਕਰ ਦਿੰਦਾ। ਅਤੇ ਗੁਰੂ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਮਿਹਰ ਕਰਨ, ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਹਿਬਾ ਕਿਆ ਨਾਹੀਂ ਕਰ ਤੇਰੇ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇਂ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਦੁਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸਿਨਾਮ, ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਪਹਿ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੁਮਰਾ ਅੰਤ ਉਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਦਸਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੁਖਾਨੀ ਹੰਸਰਾਜ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦਰਸ਼ਨ ਦੀਦਾਰੇ ਦਾ ਧਿਆਨ ਕਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ, ਜੁੱਤੀਆਂ, ਪੱਤੀਆਂ, ਸਿੱਖਵਾਂ, ਜਿਨ੍ਹਾਂ ਤੇਰਾ ਨਾਮ ਜਪਿਆ, ਬਣ ਛਕਿਆ, ਵੇਦ ਚਲਾਈ, ਤੇਗ ਬਾਣੀ ਤੇ ਜਗਤ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਬਲ ਬਖਤ ਵਾਏ, ਖੋਪਰੀਆਂ ਨਹਾਈਆਂ, ਚੱਕਰੀਆਂ ਤੇ ਗੜੇ ਕਰਾਣੇ।
ਚੜ੍ਹਦੀ ਕਲਾ ਤੇਰੇ ਸਰਬਤ ਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇਹ, ਖੋਜ ਸ਼ਬਦ ਮੈਲੇ। ਆਕੀ ਰਹਿ ਨ ਕੋਇ, ਬਚੇ ਸ਼ਰਨ ਜੋ ਹੋਏ। ਚੜ੍ਹੇ ਸੋ ਤਰੇ ਪਾਰ, ਗੁਰ ਪਾਰ ਉਤਾਰਨ ਹਾਰ। ਕਲਗੀ ਸੋ ਹੈ ਸੀਸ, ਗੁਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸ਼ਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉ ਅੰਕੁਸ਼ ਹੈ, ਆਹਰਣ ਜਿਉ ਸਿਰ ਦੇ। ਹਸਤੀ ਸਿਰ ਜਿਉ ਅੰਕੁਸ਼ ਹੈ, ਆਹਰਣ ਜਿਉ ਸਿਰ ਦੇ। ਮਨ ਤਨ ਆਗੈ ਰਾਖ ਕੈ, ਉਭੀ ਸੇਵ ਕਰੇ। ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਨਾਨਕ ਗੁਰਮੁਖ ਬੁਝੀਐ, ਜਾਂ ਆਪੇ ਨਦਰ ਕਰੇ। ਮਹੱਲਾ ਤੀਜਾ। ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪਰਵਾਣ। ਨਾਨਕ ਕੁਲ ਉਦਾਰੇ ਆਪਣਾ, ਦਰਗਹਿ ਪਾਵੈ ਮਾਣ। ਪੌੜੀ। ਗੁਰਮੁਖ ਸਖੀਆ ਸਿੱਖ ਗੁਰੂ ਮਿਲਾਈਆ, ਇਕ ਸੇਵਕ ਗੁਰ ਪਾਸ, ਇਕ ਗੁਰ ਕਾਰੈ ਲਾਈਆ। ਜਿਨਾ ਗੁਰ ਪਿਆਰਾ ਮਨ ਚਿਤ, ਤਿਨਾ ਭਾਉ ਗੁਰੂ ਦੇਵਾਈਆ। ਗੁਰ ਸਿੱਖਾਂ ਇਕੋ ਪਿਆਰ, ਗੁਰ ਮਿਤਾ ਪੁਤਾ ਭਾਈਆ। ਗੁਰ ਸਤਿਗੁਰ ਬੋਲੋ ਸਭ ਗੁਰ, ਆਖ ਗੁਰੂ ਜੀਵਾਈਆ। ਗੁਰ ਸਤਿਗੁਰ ਬੋਲੋ ਸਭ ਗੁਰ, ਆਖ ਗੁਰੂ ਜੀਵਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।